हाँ जी गाइस, स्वागत करदा अपने यूट्यूब चैनल कैंप स्टूडियो ਦੇ ਵਿੱਚ। ਹੋਪ ਸਾਰੇ ਗੁੱਡ ਹੋਣਗੇ। ਅੱਜ ਆਪਾਂ ਟੌਪਿਕ ਕਰਨ ਜਾ ਰਹੇ ਹਾਂ ਇੰਡੀਅਨ ਇਕੋਨਮੀ। ਹੋਪ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਐਗਜ਼ਾਮ ਆਪਣੇ ਆ ਗਏ 17 ਤੋਂ 25 ਤਰੀਕ ਦੇ ਵਿੱਚ। ਸੋ ਅੱਜ ਆਪਾਂ ਇੰਡੀਅਨ ਇਕੋਨੋਮੀ ਕਰਨ ਵਾਲੇ ਹਾਂ। ਠੀਕ ਹੈ ਜੀ। ਇਹਦੇ ਵਿੱਚ ਸਭ ਤੋਂ ਪਹਿਲੇ ਕੁਐਸਚਨ 'ਤੇ ਆਪਾਂ ਚੱਲਦੇ ਹਾਂ। ਜ਼ਿਆਦਾ ਟਾਈਮ ਨਹੀਂ ਕਰਾਂਗੇ। ਭਾਰਤੀ ਆਰਥਿਕਤਾ। ਭੂਮੀ ਵਿਕਾਸ ਬੈਂਕ ਕਿਸਾਨ ਨੂੰ ਕਰਜ਼ੇ ਦਿੰਦੇ ਹਨ ਲੰਬੀ ਮਿਆਦ ਲੋੜਾਂ ਦੀ। ਨੈਸ਼ਨਲ ਸਿਕਿਉਰਿਟੀ ਡਿਪਾਜ਼ਟਰੀ ਲਿਮਟਿਡ ਖੇਤਰ ਨਾਲ ਸੰਬੰਧਿਤ ਹੈ। ਇਲੈਕਟ੍ਰੋਨਿਕ ਸ਼ੇਅਰਜ਼। ਭਾਰਤੀ ਨਿਰਯਾਤ ਲਈ ਸਭ ਤੋਂ ਜ਼ਿਆਦਾ ਹਿੱਸਾ ਕਿਸ ਦੇਸ਼ ਦਾ ਹੁੰਦਾ ਹੈ? USA। ਇੱਕ ਦੇਸ਼ ਵਿੱਚ ਨਿਰਯਾਤ ਦੀ ਵੱਧ ਤੋਂ ਵੱਧ ਪ੍ਰਤੀਸ਼ਤਤਾ ਕਿੰਨੀ ਹੁੰਦੀ ਹੈ? 11। ਭਾਰਤ ਵਿੱਚ ਵੱਧ ਤੋਂ ਵੱਧ ਆਯਾਤ ਲਈ ਕਿਹੜੇ ਦੇਸ਼ ਦਾ ਜ਼ਿਆਦਾ ਹਿੱਸਾ ਹੁੰਦਾ? USA। ਸਾਂਝੇ ਖੇਤਰ ਦਾ ਸਿਧਾਂਤ ਯੋਜਨਾ ਤਹਿਤ ਐਲਾਨਿਆ ਗਿਆ 1970 ਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜਾ ਜੁੜਾ ਸਹੀ ਹੈ? A = 3 ਅਪ੍ਰੈਲ ਤੋਂ ਮਾਰਚ ਇੱਕ ਵਿੱਤ ਵਰ੍ਹਾ। ਬਜਟ 2001-2 ਵਿੱਚ ਸਿੱਧੇ ਅਤੇ ਅਸਿੱਧੇ ਕਰਾਂ ਦਾ ਅਨੁਪਾਤ ਸੀ 60:40। 1991 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ 15 ਸਾਲ ਤੋਂ ਘੱਟ ਉਮਰ ਦੀ ਵਸੋਂ ਦੀ ਪ੍ਰਤੀਸ਼ਤਤਾ 35 ਸੀ। ਰਾਸ਼ਟਰੀ ਯੋਜਨਾ ਕਮੇਟੀ ਦੀ ਅਗਵਾਈ ਕੀਤੀ ਜਵਾਹਰ ਲਾਲ ਨਹਿਰੂ ਨੇ। ਕੇਂਦਰ ਅਤੇ ਰਾਜਾਂ ਦੇ ਕਾਰਜ ਅਤੇ ਸ਼ਕਤੀਆਂ ਸੰਵਿਧਾਨ ਵਿੱਚ ਦਰਜ ਹਨ। ਧਾਰਾ 246 ਤਹਿਤ ਵਿੱਤੀ ਘਾਟੇ ਦੀ ਨਵੀਂ ਪਰਿਭਾਸ਼ਾ ਸੁਝਾਈ ਗਈ ਚੱਕਰਵਰਤੀ ਕਮੇਟੀ ਦੁਆਰਾ। ਚਾਲੂ ਖਾਤੇ ਵਿੱਚ ਰੁਪਏ ਪੂਰੀ ਤਰ੍ਹਾਂ ਬਦਲਣਯੋਗ ਬਣੇ 19 ਅਗਸਤ 1994 ਤੋਂ। 1991 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਪੜ੍ਹੇ ਲਿਖੇ ਬੱਚਿਆਂ 7 ਸਾਲ ਜਾਂ ਇਸ ਤੋਂ ਵੱਧ ਦੀ ਪ੍ਰਤੀਸ਼ਤਤਾ ਕਿੰਨੀ ਹੈ? 63.86। ਭਾਰਤ ਵਿੱਚ ਵਰਤਮਾਨ ਸਮੇਂ ਸਿੱਧੇ ਰੂਪ ਵਿੱਚ ਖੇਤੀਬਾੜੀ ਤੋਂ 64% ਲੋਕਾਂ ਤੋਂ ਜੀਵਿਕਾ ਪ੍ਰਾਪਤ ਹੋ ਰਹੀ ਸੀ। ਭਾਰਤ ਵਿੱਚ ਇਸ ਸਮੇਂ ਖੇਤੀਬਾੜੀ GDP ਵਿੱਚ ਦਾ ਯੋਗਦਾਨ ਦਿੰਦੀ ਹੈ 28%। ਭਾਰਤ ਵਿੱਚ ਪ੍ਰਤੀ ਵਿਅਕਤੀ ਕਿੰਨੇ ਦਿਨ ਔਸਤ ਕਿੰਨਾ ਭੋਜਨ ਹੈ? 593 ਗ੍ਰਾਮ। ਭਾਰਤ ਵਿੱਚ ਪ੍ਰਤੀ ਵਿਅਕਤੀ ਪ੍ਰਤੀ ਦਿਨ ਔਸਤ ਕਿੰਨਾ ਭੋਜਨ ਹੈ? 539 ਗ੍ਰਾਮ। ਹਰੀ ਕ੍ਰਾਂਤੀ ਦਾ ਜ਼ਿਆਦਾ ਅਸਰ ਕਣਕ ਦੀ ਉਪਜ 'ਤੇ ਮਹਿਸੂਸ ਕੀਤਾ ਗਿਆ। ਕਿਸ ਰਾਜ ਵਿੱਚ ਜ਼ਮੀਨ ਦੀ ਖੇਤੀਯੋਗ ਮਿਣਤੀ ਅਸਫਲ ਰਹੀ? ਤਾਮਿਲਨਾਡੂ। 1921 ਦੀ ਜਨਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ ਲਗਭਗ 25 ਕਰੋੜ ਸੀ। ਈਸਟ ਇੰਡੀਆ ਕੰਪਨੀ ਵੱਲੋਂ ਕਰ ਮੁਕਤ ਵਪਾਰ ਕਰਨ ਦੀ ਆਗਿਆ ਨੂੰ ਕੀ ਕਿਹਾ ਜਾਂਦਾ ਹੈ? ਦੀਵਾਨੀ। ਭਾਰਤ ਦੀ ਆਬਾਦੀ ਸੰਸਾਰ ਦੀ ਕੁੱਲ ਆਬਾਦੀ ਦਾ ਕਿੰਨੇ ਪ੍ਰਤੀਸ਼ਤ ਹੈ? 16%। ਭਾਰਤ ਦੀ ਵੱਧਦੀ ਜਨਸੰਖਿਆ ਤਹਿਤ ਕਿਸ ਸਾਲ ਨੂੰ ਖਾਸ ਵੰਡ ਦੇ ਸਾਲ ਵਜੋਂ ਜਾਣਿਆ ਜਾਂਦਾ ਹੈ? 1921। ਭਾਰਤ 'ਚ ਜ਼ਿਆਦਾਤਰ ਲੋਕ ਕੰਮ ਕਰਦੇ ਹਨ ਮੁੱਢਲੇ ਦਰਜੇ ਦੇ ਖੇਤਰ ਵਿੱਚ। ਹੇਠ ਲਿਖਿਆਂ ਵਿੱਚੋਂ ਜ਼ਿਲ੍ਹਾ ਪੱਧਰ 'ਤੇ ਕਿਹੜੇ ਰਾਜ ਕਾਰਜ ਸੰਭਾਲਦਾ ਹੈ? ਕੇਂਦਰੀ ਸਹਿਕਾਰੀ ਬੈਂਕ। ਭੂਮੀ ਵਿਕਾਸ ਇੱਕ ਹਿੱਸਾ ਸਨ ਕੋਆਪਰੇਟਿਵ ਕ੍ਰੈਡਿਟ ਸਟਰਕਚਰ ਦਾ। ਖੇਤੀਬਾੜੀ ਮਾਰਕੀਟ ਸੰਬੰਧੀ ਤਾਜ਼ੀ ਜਾਣਕਾਰੀ ਇਕੱਠੀ ਅਤੇ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਡਾਇਰੈਕਟੋਰੇਟ ਆਫ ਇਕਨੋਮਿਕਸ ਐਂਡ ਸਟੈਟਿਸਟਿਕਸ ਵੱਲੋਂ। ਫਸਲੀ ਬੀਮਾ ਇੱਕ ਅਦਾਰਾ ਹੈ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਦਾ। ਸਾਲ 2000 ਤੋਂ ਲੈ ਕੇ 2001 ਵਿੱਚ PDH ਤਹਿਤ ਕੁੱਲ ਕਰੋੜ ਰੁਪਏ ਦੀ ਸਬਸਿਡੀ ਸੀ 8500। ਆਜ਼ਾਦੀ ਸਮੇਂ ਵਿਦੇਸ਼ੀਆਂ ਦਾ ਚਾਹ 3% ਹਿੱਸੇ ਤੇ ਕੰਟਰੋਲ ਰਿਹਾ 50% 'ਤੇ। ਯੋਜਨਾਬੱਧ ਛੁੱਟੀਆਂ ਕਿਸ ਸਮੇਂ ਦਾ ਹਵਾਲਾ ਹੈ? 1966 ਤੋਂ 1969। ਭਾਰਤ ਵਿੱਚ ਰਾਸ਼ਟਰੀ ਆਮਦਨ ਦਾ ਹਿਸਾਬ ਲਗਾਇਆ ਜਾਂਦਾ ਹੈ ਸੈਂਟਰਲ ਸਟੈਟਿਸਟੀਕਲ ਆਰਗੇਨਾਈਜੇਸ਼ਨ ਦੁਆਰਾ। 1981 ਦੀ ਜਨਗਣਨਾ ਅਨੁਸਾਰ ਭਾਰਤ ਦੀ ਆਬਾਦੀ 68.3 ਕਰੋੜ ਹੈ। 1991 ਦੀ ਜਨਗਣਨਾ ਅਨੁਸਾਰ ਭਾਰਤ ਦਾ ਸਭ ਤੋਂ ਘੱਟ ਸੰਘਣੀ ਵਸੋਂ ਵਾਲਾ ਰਾਜ ਅਰੁਣਾਚਲ ਪ੍ਰਦੇਸ਼। ਸਭ ਤੋਂ ਘੱਟ ਲਿੰਗ ਦਰ ਅਰੁਣਾਚਲ ਪ੍ਰਦੇਸ਼ ਵਿੱਚ ਹੈ। ਭਾਰਤੀ ਯੋਜਨਾ ਸਿਰਲੇਖ ਤਹਿਤ ਸਭ ਤੋਂ ਪਹਿਲੀ ਪੁਸਤਕ ਪਲਾਨਡ ਇਕਾਨਮੀ ਫਾਰ ਇੰਡੀਆ ਕਿਸ ਦੀ ਕੋਸ਼ਿਸ਼ ਸੀ? ਵਿਸਵੇਸਵਰਈਆ। ਰੋਲਿੰਗ ਪਲਾਨ ਦਾ ਸਿਧਾਂਤ ਸਵੀਕਾਰ ਕੀਤਾ ਗਿਆ 1977 ਵਿੱਚ। ਪਹਿਲੀ ਯੋਜਨਾ ਵਿੱਚ ਪਰਿਯੋਜਨਾ ਦੇ ਵਿਕਾਸ ਦੀ ਦਰ
ਸੀ 15%। ਪਹਿਲੀ ਯੋਜਨਾ ਵਿੱਚ ਰਾਸ਼ਟਰੀ ਆਮਦਨ ਦੀ ਅਸਲੀ ਵਿਕਾਸ ਦੀ ਦਰ ਸੀ 18.4%। ਕੰਮ ਬਦਲੀ ਭੋਜਨ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੰਜਵੀਂ ਯੋਜਨਾ ਦੇ ਦੌਰਾਨ ਪਹਿਲੀ ਯੋਜਨਾ ਵਿੱਚ ਜ਼ਿਆਦਾ ਜ਼ੋਰ ਦਿੱਤਾ ਗਿਆ ਖੇਤੀਬਾੜੀ ਉੱਪਰ। ਪਹਿਲੀ ਯੋਜਨਾ ਦਾ ਸਹੀ ਸਮਾਂ ਕੀ ਸੀ 1951 ਤੋਂ 56 ਦੇ ਵਿੱਚ। ਦੂਜੀ ਯੋਜਨਾ 1957 ਤੋਂ 1962 ਵਿੱਚ ਹੋਈ। ਚੌਥੀ ਯੋਜਨਾ 1969 ਤੋਂ 1974 ਵਿੱਚ ਹੋਈ। ਘੱਟੋ ਘੱਟ ਜ਼ਰੂਰਤਾਂ ਸੰਬੰਧੀ ਰਾਸ਼ਟਰੀ ਪ੍ਰੋਗਰਾਮ ਮਹੱਤਵਪੂਰਨ ਭਾਗ ਸੀ ਪੰਜਵੀਂ ਯੋਜਨਾ ਦਾ। ਭਾਰਤ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਗਈ। ਅਮਰੀਕਾ ਦੁਆਰਾ ਵਿਦੇਸ਼ ਪੂੰਜੀ ਦਾ ਸਭ ਤੋਂ ਵੱਧ ਨੁਕਸਾਨ ਹੋਇਆ। ਤੀਜੀ ਯੋਜਨਾ ਦੇ ਵਿੱਚ ਦੀ ਇੰਡਸਟਰੀਅਲ ਲਾਇਸੈਂਸ ਪਾਲਿਸੀ ਇਨਕੁਆਇਰੀ ਕਮੇਟੀ ਕਿਸ ਨੇ ਆਪਣੀ ਰਿਪੋਰਟ 1969 ਵਿੱਚ ਪੇਸ਼ ਕੀਤੀ ਜਾਣੀ ਜਾਂਦੀ ਹੈ ਦੱਤ ਕਮੇਟੀ ਵਜੋਂ। ਸਨਰਾਈਜ਼ ਇੰਡਸਟਰੀਜ਼ ਵਿੱਚ ਸ਼ਾਮਿਲ ਹਨ ਉਪਰੋਕਤ ਸਾਰੇ ਕੰਪਿਊਟਰ, ਬਾਇਓਟੈਕਨੋਲੋਜੀਕਲ, ਟੈਲੀਕਮਿਊਨੀਕੇਸ਼ਨ। ਹੇਠ ਲਿਖਿਆਂ ਵਿੱਚ ਸਰਕਾਰ ਦੀ ਆਮਦਨ ਦਾ ਕਰ ਵਜੋਂ ਸਭ ਤੋਂ ਵੱਡਾ ਇਕਹਿਰਾ ਸਾਧਨ ਕਿਹੜਾ ਹੈ? ਉਤਪਾਦਨ ਕਰ। ਹੇਠ ਲਿਖਿਆਂ ਵਿੱਚੋਂ ਕਿਹੜਾ ਕੇਂਦਰੀ ਸਰਕਾਰ ਦਾ ਟੈਕਸ ਨਹੀਂ ਹੈ? ਭੂਮੀ ਤੋਂ ਆਮਦਨ। 1921 ਦੀ ਜਨਗਣਨਾ ਵਿੱਚ ਭਾਰਤ ਦੀ ਜਨਸੰਖਿਆ ਇੱਕਦਮ ਘਟਣ ਕਾਰਨ ਕੀ ਸੀ? ਹੈਜਾ। ਹੇਠ ਲਿਖੀਆਂ ਫਸਲਾਂ ਵਿੱਚੋਂ ਕਿਹੜੀ ਫਸਲ ਨਿਰਯਾਤਕ ਵਸਤੂ ਦੇ ਰੂਪ ਵਿੱਚ ਮੋੜੀ ਸੀ? ਚਾਹ। ਦੇਸ਼ ਵਿੱਚ ਸਿਕਿਉਰਿਟੀ ਪ੍ਰੈਸਾਂ ਦੁਆਰਾ ਕਰੰਸੀ ਨੋਟ ਛਾਪਣ ਲਈ ਲੋੜੀਂਦਾ ਖਾਸ ਕਾਗਜ਼ ਕਿੱਥੇ ਬਣਦਾ ਹੈ? ਹੋਸ਼ੰਗਾਬਾਦ। ਸਟੇਟ ਬੈਂਕ ਆਫ ਇੰਡੀਆ ਦੇ ਕਿੰਨੇ ਸਹਾਇਕ ਸਨ? 7। ਹੇਠ ਲਿਖਿਆਂ ਵਿੱਚੋਂ ਵਾਧਾ ਕਰ ਕਿਹੜਾ ਹੈ? ਆਮਦਨ ਕਰ। ਸਿੱਧੇ ਟੈਕਸ ਦਾ ਜ਼ਿਆਦਾ ਅਸਰ ਪੈਂਦਾ ਹੈ ਆਮਦਨ 'ਤੇ। ਰਾਜ ਕਿਸ ਦੁਆਰਾ ਅਧਿਕਤਰ ਕਰ ਕਮਾਉਂਦਾ ਹੈ? ਵਪਾਰਕ ਦਰ ਤੋਂ। ਕਰ ਦੁਆਰਾ ਵਿੱਤ ਕਮਿਸ਼ਨ ਦੀ ਨਿਯੁਕਤੀ ਹੁੰਦੀ ਹੈ 5 ਸਾਲ ਬਾਅਦ। ਇੱਕ ਰਾਜ ਸਰਕਾਰ ਕਰ ਪ੍ਰਾਪਤ ਕਰਦੀ ਹੈ ਉਪਰੋਕਤ ਸਾਰਿਆਂ ਤੋਂ? ਖੇਤੀਬਾੜੀ ਆਮਦਨ, ਸੜਕੀ ਵਾਹਨਾਂ ਤੇ ਇਸ਼ਤਿਹਾਰਬਾਜ਼ੀ ਅਤੇ ਵਸਤਾਂ ਦੇ ਵੇਚ ਕਰ ਤੋਂ। ਬੈਂਕੋ ਕਮੇਟੀ ਜਾਂਚ ਪੜਤਾਲ ਕੀਤੀ ਸਿੱਧੇ ਟੈਕਸਾਂ ਦੀ। 10ਵੇਂ ਦਿਨ ਵਿੱਤ ਕਮਿਸ਼ਨ ਦੇ ਕਾਰਜਕਾਲ ਸਮਾਂ ਸੀ 1995 ਤੋਂ 2000। ਨਕਦ ਉਧਾਰ ਪ੍ਰਣਾਲੀ ਕਿਹੜੀ ਕਮੇਟੀ ਗਠਿਤ ਕੀਤੀ ਗਈ? ਚੌਰੇ ਕਮੇਟੀ। ਭਾਰਤ ਵਿੱਚ ਵਿਦੇਸ਼ੀ ਬੈਂਕਾਂ ਦੀ ਗਿਣਤੀ ਅਤੇ ਸ਼ਾਖਾਵਾਂ ਹਨ 24 ਅਤੇ 139। ਵਿਦੇਸ਼ੀ ਬੈਂਕ 24 ਹਨ ਅਤੇ ਸ਼ਾਖਾਵਾਂ 139। ਉਦਯੋਗ ਦੀ ਇੱਕ ਛੋਟੀ ਇਕਾਈ ਦੀ ਲਾਗਤ ਪੂੰਜੀ ਹੈ 5 ਲੱਖ ਰੁਪਏ। ਭਾਰਤ ਵਿੱਚ ਅੰਦਾਜ਼ਨ ਸਿੰਚਾਈਯੋਗ ਰਕਬਾ ਮਿਲੀਅਨ ਹੈਕਟੇਅਰ ਹੈ 113.5। ਮਾਰਚ 1990 ਵਿੱਚ ਕਿੰਨਾ ਸਿੰਚਾਈਯੋਗ ਰਕਬਾ ਤਿਆਰ ਕੀਤਾ ਗਿਆ? 119.7। ਭੂਮੀ ਵਿਕਾਸ ਬੈਂਕ ਕਿਸਾਨਾਂ ਨੂੰ ਕਰਜ਼ਾ ਦਿੰਦਾ ਹੈ ਵੱਧ ਮਿਆਦੀ ਲੋੜਾਂ ਲਈ। 1990 ਤੋਂ 91 ਦੌਰਾਨ HIV ਝੋਨੇ ਜੀਰੀ ਹੇਠਲਾ ਰਕਬਾ ਮਿਲੀਅਨ ਹੈਕਟੇਅਰ 28। 1990-91 ਦੌਰਾਨ HIV ਕਣਕ ਹੇਠਲਾ ਮਿਲੀਅਨ ਹੈਕਟੇਅਰ 20.4। 1990-91 ਕਣਕ ਦਾ ਕੁੱਲ ਪੈਦਾਵਾਰ ਮਿਲੀਅਨ ਟਨ ਸੀ 55। ਦੀ ਐਗਰੀਕਲਚਰ ਪ੍ਰਾਈਸ ਕਮਿਸ਼ਨ ਹੋਂਦ ਵਿੱਚ ਆਇਆ 1965 ਦੇ ਵਿੱਚ। ਐਗਰੀਕਲਚਰ ਪ੍ਰਾਈਸ ਕਮਿਸ਼ਨ ਦਾ ਨਵਾਂ ਨਾਂ ਹੈ ਕਮਿਸ਼ਨ ਫਾਰ ਐਗਰੀਕਲਚਰ ਕਾਸਟਸ ਐਂਡ ਪ੍ਰਾਈਸਿਜ਼। ਸਰਕਾਰ ਨੇ ਵੱਖ-ਵੱਖ ਖੇਤੀਬਾੜੀ ਉਤਪਾਦਾਂ ਨੂੰ ਦਰਜਾ ਅਤੇ ਸਥਿਤੀ ਦੇ ਆਧਾਰ 'ਤੇ ਅਧੀਨ ਕੀਤਾ। ਡਾਇਰੈਕਟੋਰੇਟ ਆਫ ਮਾਰਕੀਟਿੰਗ ਐਂਡ ਇੰਸਪੈਕਸ਼ਨ ਦੁਆਰਾ। ਨੈਫੈਡ ਸੰਬੰਧੀ ਹੈ ਖੇਤੀਬਾੜੀ ਮਾਰਕੀਟਿੰਗ ਨਾਲ ਛੋਟੇ ਉਦਯੋਗਾਂ ਦੇ ਪਲਾਟ ਅਤੇ ਮਸ਼ੀਨਰੀ ਦੇ ਨਿਵੇਸ਼ ਲਈ ਵਰਤਮਾਨ ਸੀਮਾ ਨਿਰਧਾਰਿਤ ਕੀਤੀ ਗਈ 1 ਕਰੋੜ ਰੁਪਏ ਸਾਲਾਨਾ। ਵਿੱਤ ਰਿਪੋਰਟ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਕਿਸ ਅਨੁਛੇਦ ਤਹਿਤ ਪੇਸ਼ ਕੀਤਾ ਗਿਆ? ਅਨੁਛੇਦ 112। ਕੇਂਦਰੀ ਸਰਕਾਰ ਦੇ ਆਮਦਨ ਦਾ ਟੈਕਸ ਸਭ ਤੋਂ ਮਹੱਤਵਪੂਰਨ ਸਾਧਨ ਹੈ। ਕੇਂਦਰੀ ਕਰ 18ਵੀਂ ਸਦੀ ਦੇ ਮੱਧ ਵਿੱਚ ਭਾਰਤੀ ਅਰਥ-ਵਿਵਸਥਾ ਜਾਣੀ ਜਾਂਦੀ ਸੀ। ਪੇਂਡੂ ਅਰਥ-ਵਿਵਸਥਾ। ਭਾਰਤੀ ਅਰਥ-ਵਿਵਸਥਾ ਨੂੰ ਜ਼ਿਆਦਾ ਉਪਯੁਕਤ ਮੰਨੀ ਗਈ ਮਿਸ਼ਰਤ ਅਰਥ-ਵਿਵਸਥਾ। 18ਵੀਂ ਸਦੀ ਦੇ ਮੱਧ ਵਿੱਚ ਭਾਰਤ ਨੇ ਵਿਸ਼ਵ ਪੱਧਰ ਉੱਪਰ ਕਿਸ ਖੇਤਰ ਦਾ ਨਾਮ ਖੱਟਿਆ? ਸੂਤੀ ਉਦਯੋਗ। ਅੰਗਰੇਜ਼ੀ ਸਮਾਗਮ ਸਮੇਂ ਭਾਰਤ ਦੇ ਆਰਥਿਕ ਨਿਕਾਸ ਸੰਬੰਧੀ ਆਲੋਚਨਾਤਮਕ ਪੁਸਤਕ ਕਿਸ ਨੇ ਲਿਖੀ? ਦਾਦਾ ਭਾਈ ਨੌਰੋਜੀ ਨੇ। ਹੇਠ ਲਿਖਿਆਂ ਵਿੱਚੋਂ ਆਰਥਿਕ ਅਣਸੁਰੱਖਿਆ ਦਾ ਕਾਰਨ ਕਿਹੜਾ ਹੈ? ਉਪਰੋਕਤ ਸਾਰੇ। ਗਰੀਬੀ, ਬੇਰੁਜ਼ਗਾਰੀ, ਅਸਲ ਰੁਜ਼ਗਾਰ ਵਿੱਚ ਗਿਰਾਵਟ। ਤਤਕਾਲੀਨ ਸਾਲਾਂ ਵਿੱਚ ਭਾਰਤੀ ਅਰਥ-ਵਿਵਸਥਾ ਨੂੰ ਵੇਖਿਆ ਜਾਂਦਾ ਵਿਕਸਿਤ ਹੋ ਰਹੀ ਅਰਥ-ਵਿਵਸਥਾ। ਜ਼ਿਲ੍ਹਾ ਉਦਯੋਗੀਕਰਨ ਕੇਂਦਰਾਂ ਨੂੰ ਕਿਸ ਪਾਲਿਸੀ ਤਹਿਤ ਬਣਾਇਆ ਗਿਆ? 1977। ਭਾਰਤੀਆਂ ਦੁਆਰਾ ਸਥਾਪਿਤ ਪਹਿਲਾ ਬੈਂਕ ਅਵਧ ਬੈਂਕ। ਰਾਸ਼ਟਰੀ ਬੈਂਕਾਂ ਦੀ ਗਿਣਤੀ 20 ਹੈ। ਦੀ ਜਨਰਲ ਬਿਊਰੋ ਆਫ ਐਮਪਲਾਇਮੈਂਟ, ਇੰਟਰਸਟ ਐਂਡ ਮਨੀ ਕਿਸ ਨੇ ਲਿਖੀ ਹੈ? JM ਕੀਨਜ਼। ਕਿਸ ਸਾਲ ਤੱਕ ਭਾਰਤ ਦੀ ਆਬਾਦੀ ਦੀ ਦਰ ਚੀਨ ਨਾਲੋਂ ਜ਼ਿਆਦਾ ਹੋਣ ਦੀ ਉਮੀਦ ਹੈ? 2045 ਵਿੱਚ।
ਕਿਹੜੇ ਦੇਸ਼ ਨੇ ਸਭ ਤੋਂ ਪਹਿਲਾਂ ਪਰਿਵਾਰ ਨਿਯੋਜਨ ਪ੍ਰੋਗਰਾਮ ਲਾਗੂ ਕੀਤਾ? ਭਾਰਤ ਰਿਜ਼ਰਵ ਬੈਂਕ ਕਿਸ ਰਾਜ ਦੇ ਕਾਰੋਬਾਰ ਲਈ ਪ੍ਰਬੰਧ ਨਹੀਂ ਹੈ? ਜੰਮੂ ਕਸ਼ਮੀਰ। 182 ਦਿਨਾਂ ਦੇ ਖਜ਼ਾਨੇ ਬਿੱਲਾਂ ਨੂੰ ਵੇਚਿਆ ਜਾਂਦਾ ਹੈ ਨਿਲਾਮੀ ਰਾਹੀਂ। ਭਾਰਤ ਸਰਕਾਰ ਦੁਆਰਾ ਯੋਜਨਾ ਅਤੇ ਵਿਕਾਸ ਕਮਿਸ਼ਨ ਦਾ ਵਿਭਾਗ ਸਥਾਪਿਤ ਕੀਤਾ 1944 ਵਿੱਚ। ਪਹਿਲੀ 5 ਸਾਲਾ ਯੋਜਨਾ ਲਾਗੂ ਕੀਤੀ ਗਈ ਦਸੰਬਰ 1952 ਵਿੱਚ। ਕਿਸ ਖੇਤਰੀ ਵਿੱਚ ਸਭ ਤੋਂ ਵੱਧ ਛੁਪੇ ਹੋਏ ਬੇਰੁਜ਼ਗਾਰ ਲੋਕ ਹਨ? ਖੇਤੀਬਾੜੀ। ਤੀਜੀ 5 ਸਾਲਾ ਯੋਜਨਾ ਲਾਗੂ ਹੋਣ ਦਾ ਸਹੀ ਸਮਾਂ 1961-66। ਹੇਠ ਲਿਖਿਆਂ ਵਿੱਚੋਂ ਕਿਹੜਾ ਮੁੱਢਲਾ ਨਹੀਂ ਹੈ? ਕਾਗਜ਼। ICICI ਇੱਕ ਨਾਮ ਹੈ ਵਿੱਤ ਸੰਸਥਾ ਦਾ। ਹੇਠ ਲਿਖਿਆਂ ਵਿੱਚੋਂ ਕਿਸ ਦਾ ਕਿਸਾਨਾਂ ਨਾਲ ਸਿੱਧਾ ਸੰਪਰਕ ਹੈ? ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਜ਼। ਨਾਬਾਰਡ ਇੱਕ ਬੈਂਕ ਹੈ। ਲੋ ਜੀ, ਅੱਜ ਲਈ ਤੁਹਾਡੇ ਲਈ ਇੰਨਾ ਹੀ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਇਹ ਹਨ ਸਾਰੇ ਆਨਸਰ। ਐਂਡ 'ਤੇ ਤੁਹਾਨੂੰ ਜਿਵੇਂ ਦੱਸਿਆ ਹੋਇਆ ਕਿ ਆਨਸਰ ਮਿਲਦੇ ਰਹਿਣਗੇ। ਠੀਕ ਹੈ ਜੀ, ਇਹ ਤੁਹਾਡੇ ਆਨਸਰ ਹਨ, ਤੁਸੀਂ ਇਹਨਾਂ ਨੂੰ ਨੋਟ ਕਰ ਸਕਦੇ ਹੋ। ਜੇ ਕਿਤੇ ਦਿੱਕਤ ਆ ਸਕਦੀ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ। ਸੋ ਅੱਜ ਲਈ ਇੰਨਾ ਹੀ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ ਗਾਇਜ਼, ਸਪੋਰਟ ਕਰਦੇ ਰਹੋ। ਸਬਸਕ੍ਰਾਈਬ ਕਰਨਾ ਨਾ ਭੁੱਲੋ। ਸੋ ਫਰੈਂਡ ਵਿੱਚ ਵੀ ਸ਼ੇਅਰਿੰਗ ਕਰੋ। ਥੈਂਕ ਯੂ ਗਾਇਜ਼, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।